हाँ जी पुੱਤਰ ਅੱਗੇ ਕੰਟੀਨਿਊ ਕਰਦੇ ਹਾਂ ਇਹਨੂੰ ਕੰਡੀਸ਼ਨਲ ਪ੍ਰੋਬੇਬਿਲਿਟੀ ਨੂੰ ਹਨਾ ਲੈਟਸ ਡੂ ਟਾਈਪ 3 ਕੁਐਸਚਨਸ ਪ੍ਰੋਬਲਮਸ ਬੇਸਡ ਔਨ ਹੈਡਿੰਗ ਲਿਖ ਲਓ PA/B ਹੈ ਨਾ। ਤੋ ਇਹਦੇ 'ਚ ਕੀ ਹੋਊਗਾ ਕਿ ਕੁਐਸਚਨ 'ਚ ਤੁਹਾਨੂੰ ਲਿਖਿਆ ਹੋਊਗਾ ਕਿ ਲਾਈਕ ਜਿਵੇਂ ਸਮ ਇਵੈਂਟ B ਹੈਜ਼ ਅਕਰਡ ਹੈ ਨਾ, ਸਮ ਇਵੈਂਟ B ਹੈਜ਼ ਅਕਰਡ ਜਾਂ ਇਟ ਇਜ਼ ਗਿਵਨ ਦੈਟ, ਠੀਕ ਹੈ, ਮਤਲਬ ਮਲਟੀਪਲ ਤਰੀਕੇ ਆ ਇਹਨੂੰ ਲਿਖਣ ਦੇ। ਉਹ ਕਹਿੰਦੇ ਜਾਂ ਕਹਿਣਗੇ ਇਟ ਇਜ਼ ਗਿਵਨ ਦੈਟ the event B has occurred या it is known that, ठीक है, the event B has occurred or done। तो एक इवेंट कोई B है वो हो चुका होगा जिवें आ, फिर पूछेगा then find the probability, ठीक है, of occurrence of some event A, ठीक है। तो ਇਹਦੇ 'ਚ ਕੀ ਹੈ ਕਿ ਕਲੀਅਰਲੀ ਸਟੇਟਮੈਂਟ ਪੜਿਓ। ਪਹਿਲੇ ਵਾਲੀ ਜਿਹੜੀ ਟਾਈਪ ਸੀ ਸੈਕੰਡ, ਉਹ 'ਚ ਕੀ ਸੀਗਾ ਕਿ ਪ੍ਰੋਬੇਬਿਲਿਟੀ ਪੁੱਛਦਾ ਸੀ ਕਿ A ਹੋਵੇ ਐਂਡ B ਹੋਵੇ, ਹੈ ਨਾ। ਉਹ ਸੀ ਕਿ ਫਾਈਂਡ ਦ ਪ੍ਰੋਬੇਬਿਲਿਟੀ ਆਫ ਅਕਰੈਂਸ ਆਫ A ਐਂਡ B। ਇਹ 'ਚ ਕੀ ਕਹਿ ਰਿਹਾ ਉਹ, ਪਹਿਲਾਂ ਫਰਕ ਸਮਝੋ। ਇਹ 'ਚ ਕਹਿ ਰਿਹਾ ਕਿ ਇੱਕ ਕੰਮ ਕੋਈ ਇੱਕ ਇਵੈਂਟ B ਜਿਹੜਾ ਆ ਉਹ ਹੋ ਚੁੱਕਿਆ, ਠੀਕ ਹੈ। ਫਿਰ ਪੁੱਛਦਾ ਕਿਹਦੀ ਪ੍ਰੋਬੇਬਿਲਿਟੀ, ਹੁਣ ਦੱਸੋ ਜੀ A ਦੀ ਪ੍ਰੋਬੇਬਿਲਿਟੀ, ਦੈਨ ਫਾਈਂਡ ਦ ਪ੍ਰੋਬੇਬਿਲਿਟੀ ਆਫ ਸਮ ਇਵੈਂਟ A। तो ਇਹਦਾ ਮਤਲਬ ਆ ਜੋ ਇਨਫੋਰਮੇਸ਼ਨ ਕੀ ਕਹਿੰਦੀ ਹੈ ਕਿ PA/B ਚਾਹੀਦਾ ਹੈ ਨਾ। तो we know the formula that is PA and B by PB। so ਆ ਦੋਨੋਂ ਆਪਾਂ ਪ੍ਰੋਬੇਬਿਲਿਟੀ ਕੈਲਕੂਲੇਟ ਕਰਕੇ ਇਹਦਾ ਆਨਸਰ ਆ ਜਾਊਗਾ। ਬਟ ਉਹਦੇ ਸਭ ਤੋਂ ਪਹਿਲਾਂ ਹਮੇਸ਼ਾ ਕੀ ਕਰਨਾ ਕਿ ਜਿਹੜਾ ਕੰਮ ਹੋ ਚੁੱਕਿਆ ਹੈ ਨਾ, ਜਿੱਦਾਂ ਕੁਐਸਚਨ ਪੜੋਗੇ ਉਹ 'ਚ ਸਟੇਟਮੈਂਟ 'ਚ ਲਿਖਿਆ ਹੋਏਗਾ ਦਿਸ ਇਵੈਂਟ ਹੈਜ਼ ਅਕਰਡ ਜਾਂ ਦਿਸ ਇਜ਼ ਡਨ। ਤੋ ਉਹ ਜਿਹੜਾ ਹੋ ਗਿਆ ਉਹਨੂੰ ਤੁਹਾਡੀ ਮਰਜ਼ੀ A ਜਾਂ B ਜੋ ਮਰਜ਼ੀ ਮੰਨ ਲਓ। ਜਿਵੇਂ ਇਹਦੇ 'ਚ ਮੈਂ ਜਿਹੜਾ ਕੰਮ ਹੋ ਗਿਆ ਉਹਨੂੰ B ਮੰਨ ਲਿਆ ਹੈ ਨਾ, ਤੋ ਉਹਨੂੰ B ਇਵੈਂਟ ਪ੍ਰੋਪਰਲੀ ਲਿਖੋ, ਠੀਕ ਹੈ। ਬਿਕਾਜ਼ ਆਨਸਰ ਕੱਢਣਾ ਅਲੱਗ ਹੈ, ਆਨਸਰ ਤੇ ਕਈ ਵਾਰ ਸਿੰਪਲ ਕਾਮਨ ਸੈਂਸ ਨਾਲ ਵੀ ਆ ਜਾਂਦਾ ਹੈ, ਚਲੋ ਆਹ ਹੋ ਗਿਆ ਉਹਦੇ 'ਚੋਂ ਇਹਦੇ ਕੇਸਿਸ ਲਿਖ ਲਓ ਹੈ ਨਾ। ਬਟ ਸਬਜੈਕਟਿਵਲੀ ਕਰਨਾ ਹੋਵੇ ਤੇ ਬਿਲਕੁਲ ਆਪਾਂ ਨੂੰ ਇਵੈਂਟ ਲਿਖਣੇ ਚਾਹੀਦੇ। ਐਂਡ ਮੋਰ ਓਵਰ ਆਬਜੈਕਟਿਵ ਦੇ ਅੰਦਰ ਵੀ ਜਿਵੇਂ ਆਪਾਂ ਅੱਗੇ ਹੋਰ ਥਿਓਰਮਸ ਪੜ੍ਹਨੀ ਹੈ, ਇਵੈਂਟ ਲਿਖਣ ਦੀ ਆਦਤ ਪਾਓ, ਇਵੈਂਟ ਲਿਖਣੇ ਆਉਣੇ ਚਾਹੀਦੇ। ਤੋ ਕਦੇ ਵੀ ਓਰਲੀ ਨੂੰ ਕਰਨ ਦੀ ਕੋਸ਼ਿਸ਼ ਨਾ ਕਰੋ, ਇਵੈਂਟ ਲਿਖੋ। ਸੋ ਜਿੱਦਾਂ ਉਹਨੇ ਕਿਹਾ ਜੀ ਆ ਇੱਕ ਇਵੈਂਟ B ਹੋ ਚੁੱਕਿਆ ਹੈ, ਤਾਂ ਉੱਥੇ ਲਿਖੋ ਕਿ ਦਿਸ ਇਜ਼ ਦ ਇਵੈਂਟ B, ਠੀਕ ਹੈ। ਜੋ ਵੀ ਕੁਐਸਚਨ 'ਚ ਹੋਏਗਾ ਉਹ B ਲਿਖਿਆ ਤੁਸੀਂ, ਠੀਕ ਹੈ। ਉਹਨੇ ਕੁਐਸਚਨ 'ਚ ਦਿੱਤਾ ਹੈ ਕਿ ਇਟ ਇਜ਼ ਗਿਵਨ ਦੈਟ B ਹੈਜ਼ ਅਕਰਡ, ਸਮਥਿੰਗ ਹੈਜ਼ ਅਕਰਡ, ਥੋੜਾ ਸਮਥਿੰਗ ਅਕਰ ਹੋ ਗਿਆ ਉਹਨੂੰ B ਮੰਨ ਲਓ। ਫਿਰ ਉਹ ਕਹੇਗਾ ਫਾਈਂਡ ਦੀ ਪ੍ਰੋਬੇਬਿਲਿਟੀ ਆਫ ਦਿਸ, ਸੋ ਜਿਹਦੀ ਪ੍ਰੋਬੇਬਿਲਿਟੀ ਲੱਭਣੀ ਹੈ ਉਹਨੂੰ A ਮੰਨ ਲਓ, ਠੀਕ ਹੈ। ਸੋ ਫਿਰ ਕਲੀਅਰਲੀ ਲਿਖੋ ਨਾਓ ਐਜ਼ ਪਰ ਦ ਪ੍ਰੋਬਲਮ ਇਟ ਇਜ਼ ਆਸਕਡ that PA/B, ਠੀਕ ਹੈ। ਆ ਹੋ ਚੁੱਕਿਆ, ਇਟ ਇਜ਼ ਡਨ, ਹੁਣ A ਦੀ ਪ੍ਰੋਬੇਬਿਲਿਟੀ ਪੁੱਛਦਾ ਹੈ। ਸੋ ਫਿਰ ਤੁਸੀਂ ਆ ਫਾਰਮੂਲਾ ਲਾ ਕੇ PA ਐਂਡ B ਲੱਭੋਗੇ ਹੈ ਨਾ, ਤੇ PB ਲੱਭੋਗੇ ਐਂਡ ਇਹਨਾਂ ਨੂੰ ਡਿਵਾਈਡ ਕਰਕੇ ਤੁਹਾਡਾ ਆਨਸਰ ਆਊਗਾ, ਠੀਕ ਹੈ। ਤਾਂ ਮੈਂ ਇਹ ਜੋ ਦੱਸਿਆ ਇਹਦੇ 'ਚ ਇੰਪੋਰਟੈਂਟ ਕੀ ਹੈ, ਆਇਡੈਂਟੀਫਾਈ ਕਰੋ ਜਿਹੜਾ ਹੋ ਗਿਆ ਉਹਨੂੰ ਇਵੈਂਟ ਲਿਖੋ ਹੈ ਨਾ, ਜਿਹੜਾ ਚਾਹੀਦਾ ਹੈ ਉਹ ਲਿਖੋ। ਪ੍ਰੋਬਲਮ ਦੇ ਹਿਸਾਬ ਨਾਲ ਆ ਚੀਜ਼ ਤੁਹਾਨੂੰ ਲਿਖੋਗੇ ਹੈ ਨਾ, ਕੁਐਸਚਨ ਡਿਪੈਂਡ ਕਰੇਗਾ ਇਵੈਂਟ ਕੀ ਹੈ, ਤਾਂ ਲਿਖੋਗੇ। ਫਿਰ ਉਹਦੀਆਂ PB ਦੀ ਪ੍ਰੋਬੇਬਿਲਿਟੀ ਆ ਜਾਏਗੀ, ਫਿਰ A ਪਤਾ ਲੱਗ ਗਿਆ, B ਪਤਾ ਲੱਗ ਗਿਆ, ਫਿਰ ਤੁਸੀਂ ਇੱਥੋਂ A ਐਂਡ B ਕੱਢੋਗੇ ਹੈ ਨਾ। A ਐਂਡ B ਆ ਗਿਆ, ਫਿਰ ਆ ਤੁਹਾਡੇ ਕੋਲ ਪ੍ਰੋਬੇਬਿਲਿਟੀ ਆ ਜਾਏਗੀ, ਦੈਨ ਤੁਹਾਡਾ ਪ੍ਰੋਬੇਬਿਲਿਟੀ ਆ ਜਾਏਗੀ ਜਿਹੜਾ ਆ ਚੀਜ਼ ਪੁੱਛੀ ਗਈ, ਠੀਕ ਹੈ। ਸੋ ਮੈਂ ਇੱਕ ਐਗਜ਼ਾਮਪਲ ਤੋਂ ਤੁਹਾਨੂੰ ਸਮਝਾਉਣਾ ਕਿ ਜਿੱਦਾਂ ਦੇਖੋ, ਅਗਰ ਮੈਂ ਕਹਾਂ ਕਿ ਪਹਿਲਾਂ ਆ ਦਾ ਆਨਸਰ ਦਿਓ। ਆ ਕੀ ਪੁੱਛਿਆ, 2 cards are drawn, ठीक है, let's say 1 by 1 without replacement, ठीक है, without replacement लिखा है। 2 cards are drawn 1 by 1 without replacement। अच्छा, अगर मैं पूछा find the probability that first card is red, या एवं कह लो both cards are red, both are red, ठीक है। 2 कार्ड कड्डे, एक कड्डिया विदाउट रिप्लेसमेंट वापस विच नहीं रखा, फिर दूजा कड्डिया, की प्रोबेबिलिटी कि दोनों रेड होण, या इन्हू भी कह सकते हैं फाइंड द प्रोबेबिलिटी फर्स्ट इज रेड एंड सैकेंड इज रेड, ठीक है। तो ये आप ऑलरेडी लास्ट वीडियो च कर भी चुके हैं ना, लास्ट लैक्चर ही है। तो फिर की कहता है 2 कार्ड कड्डे एक एक करके, की प्रोबेबिलिटी है, प्रोबेबिलिटी किस इवेंट की पूछ लिया, दैट बोथ कार्ड्स आर रेड, ठीक है। सो यू नो कि ठीक है R1 इवेंट मान लो कि पहला कार्ड कड्डिया रेड आवे एंड दूजा रेड आवे, सो दिस इज टाइप 2 है ना। सो R1 एंड R2 पूछे तो वो ठीक है, तो पहला रेड आ जाए, ठीक है, पहला रेड आ गया तो हुण दूजा भी रेड आ जाए, तो दैट
ਯੂ ਨੋ ਹਾਂਜੀ ਪਹਿਲਾ ਰੈੱਡ ਆਉਣ ਦੀ ਪ੍ਰੋਬਿਲਿਟੀ ਅੰਦਰ ਕਿੰਨੇ ਆ ਬੇਟੇ 52 ਕਾਰਡ ਹੈ ਰੈੱਡ ਕਿੰਨੇ ਆ 26 ਸੋ ਆ ਇਹਦੀ ਹੋ ਗਈ 26/52 ਹੁਣ ਪਹਿਲਾ ਰੈੱਡ ਆ ਗਿਆ ਟੋਟਲ ਹੋ ਗਿਆ ਅੰਦਰ 51 ਰੈੱਡ ਹੋ ਗਿਆ 25 ਠੀਕ ਹੈ ਤੋ ਐਂਡ ਦੂਜਾ ਰੈੱਡ ਆਉਣ ਦੀ ਕਿੰਨੀ ਹੋ ਗਈ ਬੇਟੇ 25 ਇਹਦੀ ਇਨਟੂ 25/51 ਆ ਤੁਹਾਡਾ ਇਸ ਪਾਰਟ ਦਾ ਆਨਸਰ ਹੈ ਠੀਕ ਹੈ ਸੋ ਇਹ ਪੁਰਾਣਾ ਹੀ ਹੈ ਇਹ 'ਚ ਹਲੇ ਜਿਹੜਾ ਅੱਜ ਵਾਲਾ ਆਰਟੀਕਲ ਉਹ ਇਨਕਲੂਡ ਨਹੀਂ ਕੀਤਾ ਜਸਟ ਟੂ ਟੈਲ ਯੂ ਦਾ ਡਿਫਰੈਂਸ ਮੈਂ ਤਾਂ ਕੁਐਸਚਨ ਇੱਕ ਲੈ ਲਿਆ ਹੁਣ ਅਗਰ ਮੈਂ ਪੁੱਛਾਂ ਹੁਣ ਆਹ ਸਟੇਟਮੈਂਟ ਵੇਖੋ ਉਹ ਕਹਿੰਦਾ ਕਿ ਟੂ ਕਾਰਡਸ ਆਰ drawn one by one without replacement ठीक है if the first card drawn is red find the probability that second card drawn is also red now listen to this thing very carefully जो मैं समझाने जा ਰਿਹਾ ਉਹ ਕਹਿੰਦਾ ਜੀ ਦੋ ਕਾਰਡ ਕੱਢੇ ਇੱਕ ਇੱਕ ਕਰਕੇ ਪਹਿਲਾ ਕਾਰਡ ਕੱਢਿਆ ਦੇਖਿਆ ਵਾਪਸ ਨਹੀਂ ਰੱਖਿਆ ਵਿਦਆਊਟ ਰਿਪਲੇਸਮੈਂਟ ਹੈ ਠੀਕ ਹੈ ਫਿਰ ਦੂਜਾ ਕਾਰਡ ਕੱਢਿਆ ਹੁਣ ਆ ਕੇ ਦੇਖੋ ਕੀ ਕਹਿੰਦਾ ਕਹਿੰਦਾ ਇਫ ਦ ਫਰਸਟ ਕਾਰਡ ਡਰਾਨ ਇਜ਼ ਰੈਡ ਅੱਛਾ ਆ ਚੀਜ਼ ਨੂੰ ਨਾ ਜਿਹੜੀ ਆ ਲਿਖਿਆ ਦ ਫਰਸਟ ਕਾਰਡ ਡਰਾਨ ਇਜ਼ ਰੈਡ ਇਹਨੂੰ ਉਹਨੇ ਅਗਰ ਬੜਾ ਲਾਊਡਲੀ ਕਹਿਣਾ ਹੋਵੇ ਨਾ ਜਿਹੜਾ ਕਿ ਸਕੂਲ ਲੈਵਲ 'ਚ ਤੇ ਉਹ ਬੜਾ ਕਲੀਅਰ ਕੱਟ ਕਹਿ ਦਿੰਦਾ ਜਿਵੇਂ ਉਹ ਸਕੂਲ ਲੈਵਲ 'ਚ ਇਹਨੂੰ ਕੀ ਕਹੇਗਾ ਇਫ ਇਟ ਇਜ਼ ਨੋਨ that the first card drawn is red ਜਾਂ ਉਹ ਕਹਿ ਦੇਗਾ it is given that the first card drawn is red तो ਆਓ ਕਹਿੰਦਾ ਜੀ ਆਹ ਵਾਲਾ ਕੰਮ ਹੋ ਚੁੱਕਿਆ ਠੀਕ ਹੈ if it is known that the first card drawn is red ਮਤਲਬ ਪਹਿਲਾ ਕਾਰਡ ਕੱਢਿਆ ਉਹ red ਆ ਚੁੱਕਿਆ so this event has already been done ਤੋ ਇਹਨੂੰ event ਮਾਰਕ ਕਰ ਲਓ ਹੁਣ ਤੁਸੀਂ ਇਹਨੂੰ ਲੈ ਲਓ ਕਿ ਪਹਿਲਾ ਕਾਰਡ red ਆਉਣਾ ਉਹਨੂੰ event let's say A ਮੰਨ ਲਓ ਸੋ ਇਹ ਲਿਖ ਲਓ ਕਿ the first card drawn is red ਠੀਕ ਹੈ ਇਹ ਹੁਣ ਹੋ ਚੁੱਕਿਆ ਫਿਰ ਕਹਿੰਦਾ ਜੇ ਅਗਰ ਇਹ ਹੋ ਚੁੱਕਿਆ ਹੈ find the probability that the second card is red ਠੀਕ ਹੈ ਫਿਰ B ਮੰਨ ਲਓ event ਕਿ second card is red ਇਹਦੀ probability ਚਾਹੀਦੀ ਹੈ तो अगर A हो चुका है तो properly अगर लिखे तो की चाहिए A हो चुका है B ਦੀ probability चाहिए so this is what is we are looking for ਆ ਸਾਨੂੰ ਚਾਹੀਦਾ ਕਿ ਅਗਰ ਪਹਿਲਾ ਕਾਰਡ ਰੈੱਡ ਆ ਗਿਆ ਕੀ probability ਹੈ ਕਿ second ਵੀ ਰੈੱਡ ਆਵੇ ठीक है नाउ आ ਜਿਹੜੀ मैं चीज़ समझाई है एक बड़ी क्लियर होनी चाहिए है अगर ते क्वेश्चन उन्हें बहुत क्लियर करना ना ते आ लिख दिंदा ਹੁੰਦਾ it is known that first card drawn is red है ना it is given that first card drawn is red ਜਾਂ ਹੋਰ ਵੀ ਤਰੀਕੇ ਦੇਣ ਕਹਿਣਦੇ ਆ ਕਿ the first card drawn you know it is found out that the first card is red ਪਹਿਲਾ red ਆ ਚੁੱਕਿਆ ਫਿਰ second card red ਆਵੇ ਉਹਦੀ probability ਪੁੱਛਦਾ ਹੈ ਅੱਛਾ ਜੇ ਇਹਨੂੰ ਨਾ ਉਹਨੇ ਚੋਰੀ ਚੋਰੀ ਦੇਣਾ ਹੋਵੇ ਕਈ ਵਾਰ ਬੜਾ ਕਲੈਵਰਲੀ ਸਮ ਟਾਈਮ ਇਨ ਆਬਜੈਕਟਿਵ ਦੇ ਦਿੰਦੇ ਆ ਉਹ ਕੀ ਵਰਡਿੰਗ ਬਣਦੀ ਹੈ ਉਹ ਕਹਿਣਗੇ ਜੀ ਦੋ ਕਾਰਡਸ ਡਰਾ ਕੀਤੇ 1 ਬਾਈ 1 ਵਿਦਆਊਟ ਰਿਪਲੇਸਮੈਂਟ ਇਫ ਫਰਸਟ ਕਾਰਡ ਡਰਾਨ ਇਜ਼ ਰੈਡ ਜਿਵੇਂ ਆ ਲਿਖਿਆ ਹੈ ਉਹ ਐਵੇਂ ਲਿਖਦੇ ਸਮ ਟਾਈਮ ਦੇ ਜਸਟ ਰਾਈਟ ਦੈਟ ਫਰਸਟ ਕਾਰਡ ਡਰਾਨ ਇਜ਼ ਰੈਡ ਠੀਕ ਹੈ ਆ ਸਟੇਟਮੈਂਟ ਦੇਖੋ ਆ ਲੈਂਗੁਏਜ ਦੇਖੋ ਮੋਰ ਓਵਰ ਮੈਂ ਕਹਾਂ ਕਹਿੰਦਾ ਜੀ ਦੋ ਕਾਰਡ ਕੱਢੇ ਕਿ ਕਰਕੇ ਫੁੱਲ ਸਟਾਪ ਪਾ ਕੇ ਕਹਿ ਰਿਹਾ first card drawn is red find the probability second card is red so this sometimes can be confusing है ना बंदा सोचता है यार कि ਹੁਣ ਦੇਖੋ find ਦੀ probability ਕਿਹਦੀ probability ਚਾਹੁੰਦਾ ਹੈ ਕਿ second card red ਆਵੇ ਆ already ਹੋ ਚੁੱਕਿਆ तो ਆ ਜਿਹੜਾ ਦੇਣਾ ਹੈ ਨਾ the first card drawn is red already ਮੈਂ ਕਿਹਾ this is a cunning way of putting the statement ਕਿ ਆ ਕੰਮ ਹੋ ਚੁੱਕਿਆ ਹਾਲਾਂਕਿ ਇਹ ਬਹੁਤ ਘੱਟ ਵੈਰੀ ਰੇਅਰਲੀ ਕਿਤੇ ਕੁਐਸਚਨ ਚ ਐਵੇਂ ਲੈਂਗੁਏਜ ਦਿੰਦਾ ਨਹੀਂ ਤੇ ਬੜਾ ਕਲੀਅਰ ਕਰਦਾ ਜੀ ਆਹ ਕੰਮ ਹੋ ਚੁੱਕਿਆ ਠੀਕ ਹੈ ਬਟ ਆ ਜੋ ਸਟੇਟਮੈਂਟ ਲਿਖੀ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਦੋ ਕਾਰਡ ਕੱਢੇ ਗਏ ਫੁੱਲ ਸਟਾਪ ਪਹਿਲਾ ਕਾਰਡ ਰੈੱਡ ਆ ਗਿਆ ਠੀਕ ਹੈ ਪਹਿਲਾ ਕਾਰਡ ਰੈੱਡ ਆ ਗਿਆ ਠੀਕ ਹੈ ਦੈਨ ਫਾਈਂਡ ਦੀ ਪ੍ਰੋਬੇਬਿਲਿਟੀ ਦੈਟ ਸੈਕੰਡ ਵੀ ਰੈੱਡ ਆਵੇ ਠੀਕ ਹੈ आई होप जो मैं पॉइंट कन्वे करने की कोशिश कर रहा थोड़ा गल समझ आ गई मतलब अगर आही फाइंड इत्थे ला दिंदा इत्थे फाइंड दी प्रोबेबिलिटी दैट द फर्स्ट कार्ड इज रेड एंड सेकंड इज रेड फिर वो पहला हो गया फिर ए एंड बी वाला हो गया राइट तो सेकंड ਇਹਦੇ ਚ ਕੀ ਕਿਹਾ ਉਹਨੇ ਕਿ ਆ ਵਾਲਾ ਪਹਿਲਾ ਚੀਜ਼ ਆ ਚੁੱਕੀ ਹੈ ਹੁਣ ਇਹਦੀ ਪ੍ਰੋਬੇਬਿਲਿਟੀ ਦੱਸੋ ਠੀਕ ਹੈ तो ਫਿਰ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਇਵੈਂਟ ਲਿਖ ਲਓ ਠੀਕ ਹੈ ਇਹਨੂੰ ਇਵੈਂਟ ਲਿਖ ਲਿਆ ਜਿਹੜਾ ਕੰਮ ਹੋ ਚੁੱਕਿਆ ਹੈ ਉਹ ਇਵੈਂਟ A ਜਿਹਦੀ ਚਾਹੀਦੀ ਹੈ B ਤੇ ਆ ਤੁਹਾਨੂੰ ਪੁੱਛਿਆ ਫਿਰ ਤੁਸੀਂ ਫਾਰਮੂਲਾ ਲਿਖ ਲਓ
ठीक है। हालांकि ਅਸੀਂ ਵੇਖਾਂਗੇ ਕਾਮਨ ਸੈਂਸ ਨਾਲ ਬਿਲਕੁਲ ਸਿੱਧਾ ਆਨਸਰ ਆ ਜਾਏਗਾ, ਬਟ ਅਗੇਨ ਸਬਜੈਕਟਿਵਲੀ ਤੁਹਾਨੂੰ ਇਵੈਂਟ ਲਿਖਣੇ ਪੈਣੇ ਆ, ਸਿੱਧਾ ਆਨਸਰ ਨਹੀਂ ਕੱਢਣਾ। ਤੋ ਅਗਰ ਸਬਜੈਕਟਿਵਲੀ ਤੇ ਆ ਕਰਨਾ ਹੈ ਤੁਸੀਂ, ਰਾਈਟ। ਸੋ ਫਾਰਮੂਲਾ ਲੱਗਦਾ PA ਐਂਡ B ਬਾਈ PA। ਠੀਕ ਹੈ, ਹੁਣ ਲੈਟ ਅਸ ਕੈਲਕੂਲੇਟ these two values। ਅੱਛਾ, ਪਹਿਲਾਂ PA ਕੱਢਦੇ ਆ। what is PA? ਪਹਿਲਾ ਕਾਰਡ ਕੱਢਿਆ, ਉਹ ਰੈੱਡ ਆਵੇ। ਠੀਕ ਹੈ, ਬੈਗ ਚੋਂ ਇੱਕ ਕਾਰਡ ਕੱਢਿਆ, ਰੈੱਡ ਆਵੇ। ਕਿੰਨੀ ਪ੍ਰੋਬਿਲਿਟੀ ਬੇਟੇ? 26/52। ਠੀਕ ਹੈ, ਚਲੋ ਇਹ PA ਆ ਗਿਆ। ਹੁਣ ਕੀ ਚਾਹੀਦਾ? PA ਐਂਡ B। ਸੋ what is A and B? A and B ਇਵੈਂਟ ਕੀ ਆ ਉਹ ਲਿਖੋ ਇੱਥੇ। A and B ਹੈ ਇਹਨਾਂ ਦਾ, ਉਹਨਾਂ ਦਾ ਐਂਡ ਕੀ ਬਣਦਾ ਕਿ ਪਹਿਲਾ ਕਾਰਡ ਰੈੱਡ ਆਵੇ ਐਂਡ ਦੂਜਾ ਕਾਰਡ ਰੈੱਡ ਆਵੇ। ਇਹਦਾ ਮਤਲਬ ਦੋ ਕਾਰਡ ਕੱਢੇ। ਫਰਸਟ ਕਾਰਡ should be red and second card should also be red। ठीक है, second card should also be red। तो probability of A and B ਆਪਾਂ ਉੱਪਰ ਕੈਲਕੂਲੇਟ ਕਰ ਚੁੱਕੇ ਹਾਂ। ਉਹੀ ਕਹਿੰਦਾ ਨਾ ਕਿ ਪਹਿਲਾ ਵੀ ਰੈੱਡ ਆਵੇ ਐਂਡ ਦੂਜਾ ਵੀ। तो ਆਪਾਂ ਕੈਲਕੂਲੇਟ ਕਰ ਲਿਆ ਕਿ ਪਹਿਲਾ ਵੀ ਰੈੱਡ ਆਏ ਐਂਡ ਦੂਜਾ ਵੀ, ਉਹਦੀ probability ਆ ਗਈ। ਨਹੀਂ ਤੇ ਆਹ ਤੁਸੀਂ ਪੂਰਾ ਲਿਖਣਾ, ਪੂਰਾ ਲਿਖ ਸਕਦੇ ਹੋ ਕਿ ਪਹਿਲਾ ਰੈੱਡ ਆ ਜਾਏ ਜੀ 26/52 ਹੈ ਨਾ, ਫਿਰ ਕਿਉਂਕਿ ਵਿਦਆਊਟ ਰਿਪਲੇਸਮੈਂਟ ਹੈ, ਫਿਰ ਦੂਜਾ ਰੈੱਡ ਆਏ 25/51। ਆਹ ਤੁਸੀਂ ਕੱਢ ਲਿਆ PA ਐਂਡ B। ਸੋ ਤੁਹਾਡਾ ਜਿਹੜਾ ਡਿਜ਼ਾਇਰਡ ਪ੍ਰੋਬਿਲਿਟੀ ਆ ਵਾਲੀ, ਇਹ ਕੀ ਆ ਜਾਏਗੀ? ਡਿਵਾਈਡ ਕਰ ਦਿਓ ਦੋਨਾਂ ਨੂੰ। ਸੋ ਦੈਟ ਇਜ਼ PA ਐਂਡ B, ਆਹ ਵਾਲੀ ਵੈਲਿਊ 26/52, 25/51। ठीक है, डिवाइड बाय PA। PA is 26/52 and this clearly goes off। so आंसर थोड़े को आ गया 25/51। ठीक है, सो आई होप चीज़ क्लियर है ਤੁਹਾਨੂੰ जो मैं समझाना चाह रहा। और जिदा मैं ਤੁਹਾਨੂੰ ਕਿਹਾ ਕਿ ਅਗਰ ਹੁਣ मैं रब कर रहा पुत्र कि अगर वैसे ही कॉमन सेंस ना करना होवे ਤੇ ਆ ਮੈਨੂੰ ਇੰਨਾ ਕਰਨ ਦੀ ਲੋੜ ਨਹੀਂ ਹੈ। मैं ਤਾਂ ओरली भी आंसर ਕੱਢ ਸਕਦਾ। ਕਿੱਦਾਂ? क्वेश्चन 'ਚ ਕੀ ਕਹਿੰਦਾ ਹੈ? ਦੋ ਕਾਰਡ ਕੱਢੇ ਹੈ ਹਨਾ, ਇੱਕ ਇੱਕ ਕਰਕੇ। ਪਹਿਲਾ ਕਾਰਡ ਰੈੱਡ ਆ ਗਿਆ। ਸੋ ਪਹਿਲਾ ਕਾਰਡ ਕੱਢਿਆ, ਉਹ ਕੀ ਆ ਚੁੱਕਿਆ? ਰੈੱਡ ਆ ਗਿਆ। ਇਹ ਮਤਲਬ ਪਹਿਲੇ ਡਰਾਅ ਦੇ ਬਾਅਦ ਅੰਦਰ ਕੀ ਬਚ ਗਿਆ? ਟੋਟਲ ਕਾਰਡ ਬਚ ਗਿਆ 51, ਕਿਉਂਕਿ ਪਹਿਲਾ ਰੈੱਡ ਆ ਗਿਆ ਤੇ ਅੰਦਰ ਰੈੱਡ ਕਿੰਨੇ ਰਹਿ ਗਏ? 25। ਇਹ ਪਹਿਲੇ ਡਰਾਅ ਜਿਹੜਾ ਹੋ ਚੁੱਕਿਆ ਉਹਦੇ ਬਾਅਦ ਬੈਕ ਦੀ ਸਿਚੁਏਸ਼ਨ ਆਇਆ। ਫਿਰ ਹੁਣ ਕਹਿੰਦਾ ਜੀ ਫਾਈਂਡ ਦੀ ਪ੍ਰੋਬਿਲਿਟੀ ਸੈਕੰਡ ਕਾਰਡ ਇਜ਼ ਰੈੱਡ। ਹੁਣ ਸੈਕੰਡ ਕਾਰਡ ਚੋਂ ਕੱਢਾਂਗੇ ਰੈੱਡ ਆਵੇ। ਹਾਂਜੀ, ਕੀ ਪ੍ਰੋਬਿਲਿਟੀ ਹੈ? ਰੈੱਡ ਹੈਗੇ 25, ਅੰਦਰ ਹੈ 51। ਆਂਸਰ ਆਉਣਾ ਚਾਹੀਦਾ, ਵਿਚ ਇਜ਼ ਐਗਜ਼ੈਕਟਲੀ ਦ ਸੇਮ ਵਿਚ ਵੀ ਕੈਲਕੂਲੇਟਡ। ਬਟ ਆ ਤਰੀਕਾ ਮੈਂ ਫੇਰ ਕਹਿ ਰਿਹਾ, ਸਬਜੈਕਟਿਵਲੀ ਤੇ ਬਿਲਕੁਲ ਨਹੀਂ ਚੱਲਣਾ। ਐਂਡ ਮੋਰ ਓਵਰ ਆਬਜੈਕਟਿਵ ਦੇ ਅੰਦਰ ਵੀ ਆਈ ਐਮ ਰਿਪੀਟਿੰਗ ਕਿ ਈਵੈਂਟ ਲਿਖਣ ਦੀ ਆਦਤ ਪਾਓ, ਕਿਉਂਕਿ ਅੱਗੇ ਆਪਾਂ ਬੇਸ ਥਿਓਰਮ ਕਰਨੀ, ਉਹ 'ਚ ਈਵੈਂਟ ਤੁਹਾਨੂੰ ਪ੍ਰੋਪਰਲੀ ਲਿਖੇ ਹੋਣੇ ਚਾਹੀਦੇ। ਔਰ ਵੈਸੇ ਵੀ ਕੁਐਸਚਨ ਸਿਸਟਮੈਟਿਕ ਲੱਗਦਾ ਜਦ ਤੁਸੀਂ ਈਵੈਂਟਸ ਲਿਖ ਕੇ ਕਰਦੇ ਹੋ। ਇਜ਼ ਦੈਟ ਕਲੀਅਰ? तो मान लो कोई ऑब्जेक्टिव च आही आ जाता फिर तो ठीक है, फिर तो तुसी एवें कर ही दोगे। बट अगर इन्वॉल्वड है तो ट्राई टू राइट डाउन इन टर्म्स ऑफ इवेंट्स, राइट। तो अगर मैं ਇਹਦੀ ਮੇਨ ਚੀਜ਼ ਕੰਕਲੂਡ ਕਰਾਂ ਤੇ ਕੀ ਕੁਐਸਚਨ 'ਚ ਲਿਖਿਆ ਹੋਏਗਾ ਕਿ ਸਮਥਿੰਗ ਹੈਜ਼ ਬੀਨ ਡਨ ਹੈ ਨਾ, ਉਹ ਇਵੈਂਟ ਏ, ਦੈਨ ਫਾਈਂਡ ਦੀ ਪ੍ਰੋਬਿਲਿਟੀ ਆਫ ਸਮ ਇਵੈਂਟ ਬੀ। ਆ ਹੋ ਗਿਆ ਜੀ, ਇਹਦੀ ਪ੍ਰੋਬਿਲਿਟੀ ਲੱਭੋ। ਤੇ ਜਿਹੜਾ ਹੋ ਗਿਆ ਉਹ ਨੀਚੇ ਵੀ ਆ ਚਾਹੀਦਾ ਹੁੰਦਾ ਤੇ ਇਹ ਅਸੀਂ ਫਾਰਮੂਲਾ ਲਾ ਕੇ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ, ਸੋ ਇੱਦਾਂ ਕਰਦੇ ਹਾਂ। ਹੁਣ ਇਹਦੇ ਕੁਝ ਬੇਸਿਕ ਕੁਐਸਚਨ ਤੋਂ ਸ਼ੁਰੂ ਕਰਦੇ ਹਾਂ, ਸੋ ਦੈਟ ਤੁਹਾਨੂੰ ਇਵੈਂਟ ਲਿਖਣ ਦੀ ਆਦਤ ਪਵੇ, ਹੈ ਨਾ। ਐਂਡ ਫਿਰ ਇਹਦੇ ਥੋੜੇ ਡਿਟੇਲਡ ਕੁਐਸਚਨਾਂ ਤੇ ਚੱਲਦੇ ਹਾਂ। ਠੀਕ ਹੈ, ਲੈਟ ਅਸ ਸਟਾਰਟ ਸੋਲਵਿੰਗ। ਉਹ ਕਹਿੰਦਾ ਜੀ 10 ਕਾਰਡ ਆ, ਨੰਬਰਡ 1 to 10 ਪਲੇਸਡ ਇਨ ਅ ਬਾਕਸ। ਤੋ ਇੱਕ ਬਾਕਸ ਦੇ ਅੰਦਰ ਨਾ ਇਹਦਾ ਕਾਰਡ ਪਏ ਜੇ, ਉਹਦੇ ਇਹਦਾ ਨੰਬਰ ਲਿਖਿਆ 1 2, ਠੀਕ ਹੈ, ਐਂਡ ਇੱਦਾਂ। तो 1 2 3 4 6 7 8 9 10। ਸੋ ਆ ਤੁਹਾਡੇ ਕੋ ਆਪਸ਼ਨ ਆ। ਅਗਰ ਇੱਕ ਕਾਰਡ ਚੱਕਦੇ ਆਪਾਂ, ਕਹਿੰਦਾ ਦੇ ਮਿਕਸਡ ਅਪ ਥੋਰੋਲੀ, ਮਤਲਬ ਰੈਂਡਮਲੀ ਚੱਕਿਆ ਆਪਾਂ। ਐਂਡ ਵਨ ਕਾਰਡ ਇਜ਼ ਡਰਾਨ ਐਟ ਰੈਂਡਮ, ਇੱਕ ਕਾਰਡ ਕੱਢਿਆ। ਇਫ ਇਟ ਇਜ਼ ਨੋਨ ਦੈਟ ਦ ਨੰਬਰ ਔਨ ਦ ਡਰਾਨ ਕਾਰਡ ਇਜ਼ ਮੋਰ ਦੈਨ 3। ਅੱਛਾ, ਪਹਿਲਾਂ ਜਸਟ ਕਿਉਂਕਿ ਛੋਟਾ ਸਟੇਟਮੈਂਟ ਹੈ, ਸਿੰਪਲ ਕਾਮਨ ਸੈਂਸ ਨਾਲ ਕਰਦੇ ਹਾਂ। ਕਹਿੰਦਾ ਕਾਰਡ ਕੱਢਿਆ, ਉਹ ਨੰਬਰ ਕੀ ਆ ਗਿਆ? 3 ਤੋਂ ਵੱਡਾ ਆ ਗਿਆ। तो पहला एक कार्ड कढ़िया, वो नंबर की आ गया पुत्र 3 तो वड्डा। मतलब की हो सकता है 4 5 6 7 8 9 10, मतलब इन्हां चों कोई आया। कार्ड कढ़िया, वो 3 तो वड्डा आ गया, मतलब आ हो चुका है ना। कार्ड कढ़िया तो इन्हां चों कुछ ना कुछ आया। ठीक है, फिर कहना की प्रोबेबिलिटी है कि ईवन नंबर है। तो ठीक है, हुण इन्हां चों किन्ने हो गए? 1 2 3 4 5 6 7। ਇਹਨਾਂ ਸੱਤਾਂ ਚੋਂ ਈਵਨ ਦੀ ਫੇਵਰੇਬਲ ਕਿੰਨੇ ਆ? ਈਵਨ ਕਿਹੜੇ ਕਿਹੜੇ? 1 2 3 4। ਸੋ ਦੈਟਸ ਇਟ। ਆ ਤੁਹਾਡਾ ਆਂਸਰ ਆ ਜਾਊਗਾ ਵੀ ਕਾਰਡ ਅਗਰ 3 ਤੋਂ ਵੱਡਾ ਨੰਬਰ ਆਇਆ ਤੇ ਉਹ ਈਵਨ ਹੋਵੇ। ਸੋ 4/7
ए अगेन ए डायरेक्ट आंसर है बट ਆਪਾਂ ਤੇ ਕਰਨਾ ਇਵੈਂਟ ਲਿਖ ਕੇ ਹੈ ਨਾ ਚਲੋ ਇਵੈਂਟ ਲਿਖ ਦਿਆ if it is known that ठीक है the number on the card is more than 3 ਆ ਕੰਮ ਹੋ ਚੁੱਕਿਆ ਹੈ so let us call this as event A that the number is more than 3 3 ਤੋਂ ਵੱਡਾ 3 ਨਹੀਂ ਲੈਣਾ ਠੀਕ ਹੈ 4 5 6 7 8 9 10 ਆ ਹੋ ਚੁੱਕਿਆ ਫਿਰ ਹੁਣ ਕਹਿੰਦਾ ਕਿਹਦੀ ਪ੍ਰੋਬੇਬਿਲਿਟੀ what is the probability it is a even number ਔਰ ਇੱਥੇ ਇੱਕ ਪੁਆਇੰਟ ਹੈ ਉਹ ਬੜੇ ਖਿਆਲ ਨਾਲ ਸਮਝਿਓ ਹੁਣ B event ਲਿਖਣਾ ਹੈ that the number is a even number now ਇੱਥੇ ਕਾਮਨ ਮਿਸਟੇਕ ਕੀ ਹੈ ਕਿ ਜਦ ਮੈਂ ਲਿਖਿਆ ਨਾ B it is a even number तो ਬੱਚੇ ਸਮਟਾਈਮਸ ਕੀ ਗਲਤੀ ਨਾ ਕਰ ਲੈਂਦੇ ਆ ਉਹ ਇਹਦੇ ਚੋਂ ਹੀ ਈਵਨ ਚੱਕ ਲਿਆ ਉਹਨੇ ਲਿਖ ਲੈਂਦੇ ਜੀ 4 6 8 10 ਆ ਗਲਤ ਹੈ ਬੇਟੇ A ਐਂਡ B ਆਊਗਾ ਇਹ ਇਹਦੇ ਚੋਂ ਕਾਮਨ ਬਾਅਦ ਚੋਂ ਲੈਣੇ ਹਲੇ ਸਿਰਫ ਉਹਨੇ ਕੀ ਕਿਹਾ probability that it is a what even number ਇਹਦੇ ਚੋਂ ਈਵਨ ਨਹੀਂ ਕਿਹਾ ਉਹ ਤੇ A ਐਂਡ B ਹੈ ਤੂੰ ਪਹਿਲਾਂ ਸਾਰੇ ਈਵਨ ਲਿਖੋ ਠੀਕ ਹੈ ਸੋ ਪਹਿਲਾਂ ਈਵਨ ਕਿਹੜੇ ਆ ਟੋਟਲ ਸੈਂਪਲ ਸਪੇਸ ਚੋਂ ਹਾਂਜੀ 2 4 6 8 10 this should be very clear ਉਹ ਕਹਿੰਦਾ ਜੀ ਆ ਹੋ ਗਿਆ ਉਹ ਇਵੈਂਟ ਲਿਖ ਲਿਆ A ਫਿਰ ਕਹਿੰਦਾ ਇਹਦੀ ਪ੍ਰੋਬੇਬਿਲਿਟੀ ਲੱਭੋ B ਦੀ ਪ੍ਰੋਬੇਬਿਲਿਟੀ ਲੱਭਣੀ ਹੈ B ਕੀ ਹੈ ਬੇਟੇ ਈਵਨ ਨੰਬਰ ਆਵੇ ਈਵਨ ਨੰਬਰ ਇਹਦੇ ਚੋਂ ਕਿਹੜੇ ਕਿਹੜੇ ਹੈ ਆ ਵਾਲੇ ਠੀਕ ਹੈ ਇਹਦੇ ਚੋਂ ਪਿਕ ਨਹੀਂ ਕਰਨੇ ਜਿਹੜੇ ਇਹਦੇ ਚੋਂ ਪਿਕ ਕਰਨੇ ਨਾ ਕਾਮਨ ਉਹ ਐਂਡ ਹੈ ਉਹ ਤੇ ਬਾਅਦ ਚ ਕੱਢਾਂਗੇ A ਐਂਡ B ਕੱਢਾਂਗੇ ਰਾਈਟ ਸੋ ਆਈ ਹੋਪ ਆ ਪੁਆਇੰਟ ਤੁਹਾਨੂੰ ਕਲੀਅਰ ਹੈ ਬਾਕੀ ਕੁਐਸਚਨ ਖਤਮ ਹੋਊਗਾ ਹੋਰ ਕਲੀਅਰ ਹੋ ਜਾਊਗਾ ਸੋ A ਲਿਖ ਲਿਆ ਜਿਹੜਾ ਕੰਮ ਹੋ ਚੁੱਕਿਆ ਹੈ ਨਾ ਔਰ B ਲਿਖ ਲਿਆ ਜਿਹਦੀ ਪ੍ਰੋਬੇਬਿਲਿਟੀ ਚਾਹੀਦੀ ਹੈ ਔਰ B ਦੇ ਸਾਰੇ ਕੇਸ ਲਿਖ ਲਿਆ ਹੁਣ A ਐਂਡ B ਤੇ ਆ ਜਾਓ ਠੀਕ ਹੈ A ਐਂਡ B ਕੀ ਹੈ ਨੰਬਰ ਈਵਨ ਵੀ ਹੋਵੇ ਐਂਡ ਇਹਦੇ ਚ ਹੋਵੇ ਹਾਂਜੀ ਹੁਣ ਲਿਖੋ A ਐਂਡ B ਕਿਹੜਾ ਕਿਹੜਾ ਆ ਗਿਆ ਹਾਂਜੀ 4 6 8 10 4 6 8 and 10 now let us apply the formula ਕੀ ਕਹਿੰਦਾ ਜੀ ਆ ਹੋ ਚੁੱਕਿਆ ਹੈ A ਹੋ ਗਿਆ B ਦੀ probability so that is equal to P A and B by PA now let us calculate these individual probability what is PA ਹਾਂਜੀ 10 ਕਾਰਡਾਂ ਚੋਂ ਇੱਕ ਕਾਰਡ ਕੱਢਿਆ ਔਰ ਉਹ A N ਇਹਦੇ ਚ ਹੋਵੇ ਕਿੰਨੇ 4 ਜਾਂ 4 ਤੋਂ ਵੱਡਾ ਹੋ ਗਿਆ 7 ਹੋ ਗਿਆ ਨਾ 1 2 3 4 5 6 7 10 ਚੋਂ 7 ਤੋਂ ਇਹਦੀ ਪ੍ਰੋਬੇਬਿਲਿਟੀ ਆ ਗਈ PA ਆ ਗਿਆ 7/10 ਠੀਕ ਹੈ ਇਹਦੀ ਵੈਲਿਊ ਆ ਗਈ ਹੁਣ ਕਹਿੰਦਾ P A and B ਮਤਲਬ ਕੀ ਆ ਹੁਣ ਇਹਦੀ ਪ੍ਰੋਬੇਬਿਲਿਟੀ ਕਿੰਨੀ ਹੈ ਫੇਵਰੇਬਲ ਕਿੰਨੇ ਆ 1 2 3 4 ਔਰ ਅਗੇਨ A ਸੈਂਪਲ ਸਪੇਸ ਕਿੰਨੇ ਟੋਟਲ ਬੇਟੇ A and B ਇਹ ਸੈਂਪਲ ਸਪੇਸ ਚੋਂ ਕਿੰਨੇ A and B ਦੇ ਫੇਵਰ ਚ ਪੁੱਤਰ 4 ਸੋ 10 ਚੋਂ 4 ਸੋ ਦੈਟ ਵਿਲ ਬੀ 4/10 ਕੱਟ ਜੂਗਾ ਇਫੈਕਟਿਵਲੀ ਤੁਹਾਡਾ 4/7 ਆਂਸਰ ਆ ਗਿਆ ਠੀਕ ਹੈ ਆਈ ਹੋਪ ਆ ਚੀਜ਼ ਕਲੀਅਰ ਹੈ ਸੋ ਮੈਂ ਇੱਥੇ ਇੱਕ ਚੀਜ਼ ਰਿਪੀਟ ਕਰਦਾ ਜਦ ਤੁਸੀਂ ਮੇਨ ਜੋ ਵੀ ਸੈਂਪਲ ਸਪੇਸ ਹੈ ਪ੍ਰੋਬਲਮ ਦੀ ਤੁਸੀਂ ਇਹਦੇ ਚੋਂ A ਲੈ ਲਿਆ B ਲੈ ਲਿਆ A ਐਂਡ B ਲੈ ਲਿਆ ਤਾਂ A ਐਂਡ B ਦੀ ਅਗਰ ਮੈਂ ਪ੍ਰੋਬੇਬਿਲਿਟੀ ਪੁੱਛਾਂ ਤਾਂ ਪੁੱਤਰ ਤਾਂ ਉਹ ਤੇ ਸੈਂਪਲ ਸਪੇਸ 10 ਐਲੀਮੈਂਟ ਹੈ ਦੈਟ ਵਿਲ ਬੀ 4/10 ਠੀਕ ਹੈ ਔਰ ਸਾਰੇ ਇਵੈਂਟ ਐਸ ਸੈਂਪਲ ਸਪੇਸ ਚੋਂ ਚੱਕੇ ਗਏ ਇਹਦੇ ਚੋਂ ਠੀਕ ਹੈ ਆਈ ਹੋਪ ਆ ਚੀਜ਼ ਕਲੀਅਰ ਹੈ ਔਰ ਆਨਸਰ ਤੁਹਾਡਾ ਫਿਰ ਉਹੀ ਆ ਗਿਆ ਜਿਹੜਾ ਆਪਾਂ ਸਿੱਧਾ ਡਾਇਰੈਕਟਲੀ ਕੀਤਾ ਸੀ ਤੋ ਇਹਦੇ ਚ ਮੈਂ ਮਿਸਟੇਕ ਫੇਰ ਦੱਸ ਦਿੰਦਾ ਗਲਤੀ ਬੱਚੇ ਕੀ ਕਰਦੇ ਆ ਕਿ ਜਦ ਇੱਥੇ B ਇਵੈਂਟ ਲਿਖਿਆ ਨਾ ਈਵਨ ਉਹ ਅਨਇੰਟੈਂਸ਼ਨਲੀ ਆ ਲੈਂਦੇ ਕਿ ਠੀਕ ਹੈ ਯਾਰ ਈਵਨ ਇਹਦੇ ਚੋਂ ਇਹਦੇ ਕਾਮਨ ਆ ਗਿਆ ਨਾ ਮੈਂ ਬਾਰ-ਬਾਰ ਕਹਿ ਰਿਹਾ ਦਿਸ ਇਜ਼ A ਐਂਡ B ਸੀਗਾ ਈਵਨ ਨੰਬਰ ਈਵਨ ਸਾਰੇ ਲੈਣੇ ਆ ਫਿਰ A ਐਂਡ B ਜਿਹੜੇ ਇਹਦੇ ਫੇਵਰ ਵਾਲੇ ਕਾਮਨ ਉਹ ਲੈਣੇ ਔਰ ਬਾਅਦ ਚ ਫਿਰ ਇਹਨਾਂ ਨੂੰ ਡਿਵਾਈਡ ਕਰਨਾ ਰਾਈਟ ਬਾਕੀ ਆਪਾਂ ਕੁਐਸਚਨਸ ਕਰਦੇ ਹਾਂ ਅੱਗੇ ਤੁਹਾਨੂੰ ਹੋਰ ਕਲੀਅਰ ਹੋਊਗਾ ਤੋ ਆ ਮੈਂ ਪੁਆਇੰਟ ਕੀ ਕਨਵੇ ਕੀਤਾ ਜਦ ਤੁਸੀਂ ਜਿਹੜਾ ਇਵੈਂਟ ਹੋ ਚੁੱਕਿਆ ਉਹਨੂੰ A ਲੈਂਦੇ ਹੋ ਜਿਹੜਾ ਜਿਹਦੀ ਪ੍ਰੋਬੇਬਿਲਿਟੀ ਜਿਹਦੀ B ਲੈਂਦੇ ਹੋ ਤੋ ਇਹ ਬੇਸਿਕ ਤੁਹਾਡੀ ਜਿਹੜੀ ਮੇਨ ਸੈਂਪਲ ਸਪੇਸ ਹੈ ਉਹਦੇ ਵਿਊ ਪੁਆਇੰਟ ਨਾਲ ਤੁਸੀਂ ਲਿਖਿਆ ਬਾਅਦ ਚ A ਐਂਡ B ਵਾਲਾ ਜਿਹੜਾ ਫੇਰ ਉਹ ਇਹਦਾ ਕਾਮਨ ਆਊਗਾ ਰਾਈਟ ਹੋ ਸਕਦਾ ਤੁਹਾਡੇ ਮਾਈਂਡ 'ਚ ਡਾਊਟ ਆਉਂਦਾ ਹੀ ਨਾ ਜੇ ਮੈਂ ਨਾ ਦੱਸਦਾ ਬਟ ਇਹ ਪੇਪਰ ਕਰਨ ਲੱਗਿਆ ਆਉਂਦਾ ਹੁੰਦਾ ਰਾਈਟ ਤੇ ਅੱਛਾ ਕਹਿੰਦਾ ਕਿ die is thrown twice and the sum of the numbers appearing is observed to be 6 ਇੱਕ ਡਾਈ ਨੂੰ ਦੋ ਵਾਰ ਸਿੱਟਿਆ ਦੋ ਵਾਰ ਡਾਈਸ ਨੂੰ ਸਿੱਟਾਂਗੇ ਤੇ ਸੈਂਪਲ ਸਪੇਸ 'ਚ ਤੁਹਾਡੇ ਉਹ 36 ਐਲੀਮੈਂਟ ਆ ਜਾਣੇ ਰਾਈਟ ਐਂਡ the sum of the number appearing is observed to be 6 तो ਆ ਕੰਮ ਹੋ ਚੁੱਕਿਆ ਠੀਕ ਹੈ observed to be 6 ਇਹ ਕੰਮ ਹੋ ਗਿਆ ਤਾਂ ਇਹਨੂੰ A ਮੰਨ ਲਓ that the sum is 6 ਹੁਣ ਇਹਦੇ ਫੇਵਰੇਬਲ ਲਿਖ ਲਓ 6 ਹਾਂਜੀ 1 5 5 1 ਠੀਕ ਹੈ ਐਂਡ 2 4
4 2 ਐਂਡ 3 3। ਠੀਕ ਹੈ ਪੁੱਤਰ, ਆ ਤੁਹਾਡੇ ਹੋ ਗਿਆ A ਇਵੈਂਟ ਦੇ ਫੇਵਰ ਦੇ ਕੇਸ। ਟੋਟਲ ਨੰਬਰ ਆਫ ਕਿੰਨੇ ਹੈ ਐਲੀਮੈਂਟ ਸੈਂਪਲ ਸਪੇਸ 36। ਫਿਰ ਕਹਿੰਦਾ what is the conditional probability that the number 4 has appeared at least once। ਸੋ ਜੋ ਇੱਥੇ ਲਿਖਿਆ ਉਹਨੂੰ ਲਿਖੋ ਇੱਥੇ। B ਇਵੈਂਟ ਕੀ ਹੈ? ਨੰਬਰ 4 has appeared at least once। ਠੀਕ ਹੈ, ਹੁਣ ਇਹ B ਇਵੈਂਟ ਦੇ ਸਾਰੇ ਪੋਸੀਬਲ ਕੇਸ ਲਿਖੋ, ਇਹਦੇ ਚੋਂ ਨਹੀਂ ਚੱਕਣੇ, ਉਹ ਤੇ A ਐਂਡ B ਚ ਆਉਣਾ। ਠੀਕ ਹੈ, ਸੋ ਨੰਬਰ 4 ਹੈਜ਼ ਅਪੀਅਰਡ ਐਟ ਲੀਸਟ ਵਨਸ। ਹੁਣ ਡਾਈਸ ਨੂੰ ਆਪਾਂ 2 ਵਾਰ ਰੋਲ ਕਰਦੇ ਹਾਂ, ਨੰਬਰ 4 ਘੱਟੋ ਘੱਟ ਇੱਕ ਵਾਰ ਆ ਗਏ ਤੇ ਕਿਹੜੇ ਕਿਹੜੇ ਕੇਸ ਹੋਣੇ ਆ? 4 1, ਠੀਕ ਹੈ, 4 2, 4 3, 4 4, 4 5, 4 6, ਹੈ ਨਾ। ਫਿਰ ਦੂਜੇ ਵਾਲੇ ਦੇ 4 ਲੈ ਲਓ, 1 4, ਠੀਕ ਹੈ, 2 4, 3 4, 4 4 ਆ ਗਿਆ, 5 4 ਐਂਡ 6 4। ਇਹ ਤੁਹਾਡਾ B ਇਵੈਂਟ ਜਿਹੜਾ ਆ ਉਹਦੀ ਕੇਸਿਸ ਲਿਖ ਲਿਆ, ਰਾਈਟ। ਤੇ ਹੁਣ ਆਪਾਂ ਨੂੰ ਚਾਹੀਦਾ ਹੈ ਪ੍ਰੋਬਿਲਿਟੀ ਕਿਹਦੀ? B ਦੀ ਕਿ A ਹੋ ਚੁੱਕਿਆ। ਸੋ ਵੀ ਆਰ ਲੁਕਿੰਗ ਫॉर ਦਿਸ ਥਿੰਗ, B A ਹੋ ਚੁੱਕਿਆ, ਰਾਈਟ। ਸੋ we will be calculating this A and B and PA। ਸੋ ਠੀਕ ਹੈ, ਹੁਣ A and B ਲੱਭ ਲਓ। what is A and B? ਇਹਨਾਂ ਦਾ ਕਾਮਨ ਦੇਖ ਲਓ, ਕਿਉਂਕਿ ਸੈੱਟ ਲਿਖਿਆ ਹੋਇਆ ਤੇ ਕਾਮਨ ਕਿਹੜੇ ਕਿਹੜੇ ਐਲੀਮੈਂਟ? 4 ਜੇ ਚਾਹੁੰਦੇ ਆ ਵਾਲੇ, ਹੈ ਨਾ, 2 4 4 2, 4 2 ਤੇ 2 4, 2 4 ਤੇ 4 2। ਨਾਓ ਹੁਣ ਆਪਾਂ ਲਾਸਟ ਵੈਲਿਊ ਫਿਲ ਕਰਨੀ ਹੈ। ਹਾਂਜੀ, ਪੀ A ਐਂਡ B ਦੀ ਪ੍ਰੋਬਿਲਿਟੀ ਕਿੰਨੀ ਹੈ? A ਐਂਡ B ਦੀ ਪ੍ਰੋਬਿਲਿਟੀ, ਹਾਂਜੀ, ਕਿੰਨੇ ਕੇਸਿਸ ਹੈ ਪੁੱਤਰ ਫੇਵਰੇਬਲ? 2। ਕਿੰਨਿਆਂ ਚੋਂ? ਟੋਟਲ ਸੈਂਪਲ ਸਪੇਸ 36 ਚੋਂ 36 ਚੋਂ 2, ਸੋ ਦੈਟ ਇਜ਼ 2/36। ਔਰ A ਦੀ ਪ੍ਰੋਬਿਲਿਟੀ ਕਿੰਨੀ? ਹਾਂਜੀ, A 'ਚ ਕਿੰਨੇ ਪੁੱਤਰ? 1 2 3 4 5, 36 ਚੋਂ 5, ਦੈਟ ਇਜ਼ 5/36, ਸੋ ਦੈਟ ਵਿਲ ਬੀ 2/5। ਆਂਸਰ ਆ ਗਿਆ। ਠੀਕ ਹੈ, ਦੈਟ ਇਜ਼ ਅ ਪ੍ਰੋਪਰ ਵੇ ਆਫ ਡੂਇੰਗ। ਅਗਰ ਆਪਾਂ ਬਿਲਕੁਲ ਕਾਮਨ ਸੈਂਸ ਨਾਲ ਕਰਨਾ ਹੁੰਦਾ ਸਿੱਧਾ ਸਿੱਧਾ, ਫਿਰ ਤੇ ਬਿਲਕੁਲ ਡਾਇਰੈਕਟ ਸੀਗਾ। ਫਿਰ ਕੀ ਕਰਦੇ ਆਪਾਂ? ਉਹ ਕਹਿੰਦਾ ਜੀ A ਹੋ ਚੁੱਕਿਆ ਹੈ, ਇਹਦਾ ਮਤਲਬ ਤੁਸੀਂ ਡਾਈਜ਼ ਰੋਲ ਕਰਤੀ ਹੈ, ਠੀਕ ਹੈ, ਔਰ ਆ ਹੋ ਚੁੱਕਿਆ ਮਤਲਬ ਇਹਨਾਂ ਪੰਜਾਂ ਚੋਂ ਕੁਝ ਨਾ ਕੁਝ ਆਇਆ। ਠੀਕ ਹੈ, ਸੋ 5 ਸੌਟ ਆਫ ਸਾਡੇ ਲਈ ਸੈਂਪਲ ਸਪੇਸ ਹੋ ਜਾਣੀ ਹੈ। ਇਹਨਾਂ ਚੋਂ ਕਹਿੰਦਾ ਕੀ ਪ੍ਰੋਬਿਲਿਟੀ ਕਿ 4 ਘੱਟੋ ਘੱਟ ਇੱਕ ਵਾਰ ਆਵੇ। ਹੁਣ ਇਹਨਾਂ ਪੰਜਾਂ ਚੋਂ ਦੇਖੋ 4 ਘੱਟੋ ਘੱਟ ਇੱਕ ਵਾਰ ਕਿਹੜੇ ਕਿਹੜੇ 'ਚ ਹੈ? ਇਹਨਾਂ ਦੋਨਾਂ 'ਚ ਹੈ। ਸੋ ਇਹਨਾਂ ਪੰਜਾਂ ਚੋਂ 2 ਫੇਵਰ ਵਾਲੇ ਹੋ ਗਏ, ਤਾਂ 2/5 ਸਾਡਾ ਆਂਸਰ ਸੀ। ਠੀਕ ਹੈ, ਸੋ once again 2/5 ऑब्जेक्टिवली तो ठीक है, डायरेक्टली सब्जेक्टिवली नहीं चलना, एंड इवेंट लिखन की आदत पानी है, राइट। अच्छा क्वेश्चन कहना पुत्र, एज्यूम दैट ईच बॉर्न चाइल्ड इज इक्वली लाइकली टू बी बॉय और गर्ल, है ना। तो इफ अ फैमिली हैज़ 2 चिल्ड्रन, फाइंड द कंडीशनल प्रोबेबिलिटी दैट बोथ आर गर्ल्स गिवन दैट दिस। अच्छा पहला तो वो कहता कि कोई भी चाइल्ड इक्वली लाइकली है, या बॉय हो सकता है या गर्ल हो सकता है। तो 2 चिल्ड्रन है फैमिली दे, तो पॉसिबिलिटी की है? या तो पहला चाइल्ड लेट्स से बॉय, जो पहला लैफ्ट साइड ते लिखा है वो थोड़ा एल्डर चाइल्ड हो गया। ठीक है, पहला बॉय हो जाए, दूजा भी बॉय, है ना। दिस इज़ द एल्डर वन, पहला चाइल्ड दूजा, सो पहला बॉय दूजा बॉय, या पहला बॉय सेकंड गर्ल, है ना, या पहला गर्ल चाइल्ड सेकंड भी गर्ल, या पहला गर्ल ते सेकंड बॉय। आई गेस इक्वली लाइकली 4 पॉसिबिलिटी हैं, राइट, कि 2 चिल्ड्रन होण किसी फैमिली दे। तो हुण कहंदा जी वट इज़ द कंडीशनल प्रोबेबिलिटी? कंडीशनल प्रोबेबिलिटी लभनी है किहदी? दैट बोथ आर गर्ल्स। तो इहदी प्रोबेबिलिटी लभनी है, तो लेट अस कॉल दिस इवेंट एज A, दैट बोथ आर गर्ल्स, राइट। सो आई गेस कल्ला इक्को ही फेवर च इहदे G1 G2 दोनों गर्ल्स होण। ठीक है, दोनों गर्ल्स होण सच दैट या गिवन दैट। हाँ जी, पहला की कहंदा द यंगेस्ट इज अ गर्ल, तो गिवन दैट कि आ हो चुकिया कि जी यंगेस्ट चाइल्ड है वो गर्ल है, तो इन्हों बी मान लो, यंगेस्ट इज गर्ल। तो यंगेस्ट इज गर्ल, हाँ जी, ए देखो यंगेस्ट चाइल्ड गर्ल किहड़े किहड़े केस है पुत्र? ठीक है, यंगेस्ट सेकंड वाला चाइल्ड है, तो आ दो। ठीक है, दिस एल्डर वन यंगर वन, सो यंगेस्ट गर्ल होवे तो आ थोड़े G1 ते G2 आ 2 हो गए इहदे।
तो ठीक है, ਹੁਣ ਉਹ ਕਹਿੰਦਾ ਜੀ ਪ੍ਰੋਬੇਬਿਲਿਟੀ A ਦੀ ਚਾਹੀਦੀ ਹੈ ਕਿ B ਹੋ ਚੁੱਕਿਆ, तो we are looking for this, given that this is done, so B ਆ ਚਾਹੀਦੀ ਹੈ, so that is equal to P A and B by PB, ठीक है। ਹੁਣ P A and B ਲੱਭ ਲਓ ਕਿੰਨਾ ਹੈ, what is A and B, तो A and B कॉमन ਆ ਹੀ ਇਕੱਲਾ ਹੈ ਨਾ, तो ਹੁਣ ਪ੍ਰੋਬੇਬਿਲਿਟੀ ਕੱਢੋ, ਹਾਂਜੀ A and B ਦੀ ਪ੍ਰੋਬੇਬਿਲਿਟੀ, A and B ਦੇ ਫੇਵਰ 'ਚ ਕਿੰਨੇ ਬਟੇ ਐਲੀਮੈਂਟ 1 ਔਰ ਸੈਂਪਲ ਸਪੇਸ ਕਿੰਨੇ ਆ ਪੁੱਤਰ 4, that is 1/4। PB, ਹਾਂਜੀ B 'ਚ ਕਿੰਨੇ ਆ ਐਲੀਮੈਂਟ 2, ਸੈਂਪਲ ਸਪੇਸ 4, that is 2/4, so that is 1/2 ਆਂਸਰ ਆ ਗਿਆ, ਰਾਈਟ। तो अगर ਤੁਸੀਂ ਵੈਸੇ ਸੋਚਦੇ ਬਿਲਕੁਲ ਸਿੱਧਾ ਸਿੱਧਾ ਕਾਮਨ ਸੈਂਸ ਲਾਉਂਦੇ ਤੇ ਕੀ ਹੋਣਾ ਸੀ ਕਿ ਜੀ ਕਹਿੰਦਾ ਜੀ ਆ ਹੋ ਗਿਆ, ਮਤਲਬ ਯੰਗਰ ਚਾਈਲਡ ਜਿਹੜੀ ਹੈ ਗਰਲ ਹੈ, ਯੰਗਰ ਚਾਈਲਡ ਗਰਲ ਹੈ ਤੇ ਆ ਦੋ ਹੀ ਕੇਸ ਬਣਦੇ ਹਨਾ, ਠੀਕ ਹੈ। ਸੋ ਹੁਣ ਅਗਰ ਆ ਹੋ ਚੁੱਕਿਆ ਮਤਲਬ ਯੰਗਰ ਚਾਈਲਡ ਗਰਲ ਹੈਗੀ ਹੈ, ਦੈਟ ਇਜ਼ ਕਨਫਰਮ, ਵਟ ਇਜ਼ ਅ ਪ੍ਰੋਬੇਬਿਲਿਟੀ ਬੋਥ ਆਰ ਗਰਲਸ, ਸੋ ਇਹਨਾਂ ਦੋਨਾਂ ਚੋਂ ਦੋਨੋਂ ਗਰਲਸ ਦੇ ਫੇਵਰ ਵਾਲਾ ਇੱਕੋ ਹੀ ਐਲੀਮੈਂਟ ਹੈ, ਇਹਨਾਂ ਦੋ ਚੋਂ ਆਹੀ ਹੈ ਕਿ ਦੋਨੋਂ ਗਰਲਸ ਹੋਣ ਤੋਂ ਦੋ ਚੋਂ ਇੱਕ ਫੇਵਰੇਬਲ ਹੈ, 1/2 ਆਂਸਰ ਆ ਜਾਣਾ ਸੀ, ਠੀਕ ਹੈ। ਬਟ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਵੈਂਟ ਤੁਹਾਨੂੰ ਪ੍ਰੈਕਟਿਸ ਕਰਾ ਰਿਹਾ, ਤੁਹਾਨੂੰ ਪਤਾ ਹੋਵੇ ਹਨਾ। ਸੈਕੰਡ ਪਾਰਟ ਕਹਿੰਦਾ ਕਿ find the conditional probability, so that is given that at least one is a girl, तो B इवेंट ले लो, at least one is girl, तो at least one is girl ਦੇ ਫੇਵਰ 'ਚ ਕਿਹੜੇ ਇਹਨਾਂ ਚਾਰਾਂ ਚੋਂ ਗਰਲ ਵਾਲਾ ਘੱਟੋ ਘੱਟ ਇੱਕ ਜਾਂ ਦੋਨੋਂ ਗਰਲ ਹੋਣ, ਸੋ ਆ ਵਾਲਾ ਆ ਤੇ ਆ, ਠੀਕ ਹੈ। ਸੋ B1 G2 ਐਂਡ G1 G2 G1 B2 ਆ ਹੋ ਗਿਆ, ਤੇ ਨਾਓ ਵਟ ਇਜ਼ ਅ ਪ੍ਰੋਬੇਬਿਲਿਟੀ ਦੈਟ ਬੋਥ ਆਰ ਗਰਲਸ, ਹੁਣ ਦੇਖੋ ਜੇ ਵੈਸੇ ਕਰਨਾ ਹੁੰਦਾ ਕਹਿੰਦਾ ਜੀ ਆ ਹੋ ਚੁੱਕਿਆ ਹੈ, ਇਹਨਾਂ ਚੋਂ ਕੀ ਪ੍ਰੋਬੇਬਿਲਿਟੀ ਦੋਨੋਂ ਗਰਲਸ ਹੋਣ, ਇਹਨਾਂ ਤਿੰਨਾਂ ਚੋਂ ਇੱਕੋ ਹੀ ਫੇਵਰ ਵਾਲਾ ਹੈ, ਸੋ 1/3 ਆਂਸਰ ਆ ਜਾਣਾ ਹੈ ਨਾ। बट अगर प्रॉपरली करना है तो हम की करिए, ए एंड बी लिखिए, ए एंड बी करो, अगेन आही आएगा G1 G2 है ना, कॉमन दोनों, तो therefore probability of A by B is equal to probability of A and B by PB। तो what is PB? PB हाँ जी बीच तीन किन्ने चो चारा चो है ना, so that is 3/4 and A and B the probability हाँ जी इको ही एलिमेंट फिवर्स चारा चो, so that is 1/4, that is 4 कैंसल आउट और 1/3 आंसर आ गया, ठीक है पुत्र। सो आई होप क्लियर है जो मैं कहना चाह रहा है ना। ओके अगे कर दें। ਉਹ ਕਹਿੰਦਾ ਜੀ ਕਿ ਅ ਡਾਈ ਇਜ਼ ਥਰੋਨ 3 ਟਾਈਮਸ, ਸੋ 3 ਵਾਰ ਆਪਾਂ ਡਾਈ ਰੋਲ ਕਰਦੇ ਹਾਂ ਤੇ ਟੋਟਲ ਨੰਬਰ ਆਫ elements in the sample space would be 6 into 6 into 6, ठीक है, that is the total number of element in the sample space। फिर कहते हैं event A and B are defined, A ਕੀ ਹੈ fourth on the third row। ਅੱਛਾ ਇਹਦੇ ਚ ਹੁਣ ਕੱਲਾ ਕੱਲਾ ਕੇਸ ਲਿਖਣ ਦੀ ਬਜਾਏ ਨਾ ਕਹਿੰਦੇ ਜੀ ਥਰਡ ਤੇ ਥਰੋ ਤੇ 4 ਆਵੇ, ਤੇ ਇਹਦਾ ਮਤਲਬ ਕੀ ਹੈ ਕਿ ਆ ਪਹਿਲੀਆਂ ਦੋਨੋਂ ਥਰੋ ਤੇ ਦਿਸ ਲਾਈਕ ਜਿਵੇਂ ਆਪਾਂ ਕੰਪੀਟੀਸ਼ਨ ਚ ਕਰਦੇ ਆ ਪੋਸੀਬਲੀ 6 ਤਰੀਕੇ ਨਾਲ ਭਰ ਸਕਦੇ ਹੋ ਹਨਾ, ਆ ਵੀ 6 ਤਰੀਕੇ ਨਾਲ, ਤੇ ਇੱਥੇ 4 ਇੱਕ ਤਰੀਕੇ ਨਾਲ, ਤਾਂ 36 ਟੋਟਲ ਬਣਨੇ ਆ ਕਿ 4 ਜਿਹਦਾ ਲਾਸਟ ਰੋ ਤੇ ਆਵੇ। ਆ ਗੱਲ ਸਮਝ ਆਈ, 6 ਕੀ ਹੈ 1 1 4 1 2 4, ਤੋਂ 6 ਤਰੀਕੇ ਨਾਲ ਆ 6 ਦੇ ਨਾਲ ਆ, ਇੱਥੇ 4 ਰੱਖਿਆ ਗਿਆ ਆ ਇੱਕੋ ਹੀ ਤਰੀਕੇ ਨਾਲ, ਮਤਲਬ 4 ਰੱਖਤਾ ਤਾਂ 36 ਬਣਨੇ ਆ ਕਿ ਜਿਹਦੇ ਲਾਸਟ ਤੇ 4 ਆਵੇ। ਸੋ ਇਹ ਇਵੈਂਟ ਜ਼ਰੂਰ ਲਿਖ ਲਓ ਕਿ 4 ਔਨ ਥਰਡ ਥ्रो, ठीक है, and the total number of elements in favor of A हाँ जी किन्ने होने 36, ठीक है, क्यों क्योंकि आ 3 थ्रो है, ਇੱਥੇ 4 ਰੱਖਿਆ ਗਿਆ ਇੱਕ ਤਰੀਕੇ ਨਾਲ, ਆ ਦੋਨਾਂ ਨੂੰ 6 ਤੇ 6 ਤਰੀਕੇ ਨਾਲ ਭਰ ਸਕਦੇ ਆ 36 ਤਰੀਕੇ ਦੇ ਨਾਲ, ਜਿਹੜੇ ਤੁਹਾਡੇ ਇਹਨਾਂ ਚੋਂ ਬਣਨੇ ਆ ਕਿ ਜਿਹਦੇ ਚ ਲਾਸਟ ਤੇ 4 ਆਵੇ, ठीक है। ओके या बहुत तसल्ली करनी, फिर लिखो 36 ਤੇ 36 के 1 1 4 1 2 4 है ना, 36 बन जाने, 4 लास्ट आवे। B की है 6 on the first throw and 5 on second throw, तो ठीक है छोटा ही लिख लो, पहले ते 6 आवे दूजे ते 5 आवे, ते की पॉसिबिलिटी है 5 6 1 सॉरी 6 5 1 6 5 2 6 5 3 6 5 4 6 5 5 एंड 6 5 6, ठीक है। अब बी इवेंट हो गया।
ਹੁਣ ਪੁੱਛਦਾ ਹੈ find the probability of A given that B has already occurred. तो we are looking for this. B हो गया, A ਦੀ probability, तो that is P A and B by P B. तो what is P A and B? A and B ਕੀ ਹੋਗਾ ਬੇਟੇ? A and B ਕੀ ਹੈ? ਅਗਰ ਪੜ੍ਹੀਏ ਇਵੈਂਟ ਵਾਈਜ਼ ਕਿ ਪਹਿਲੇ ਤੇ 6 ਆਵੇ, ਠੀਕ ਹੈ, ਦੂਜੇ ਤੇ 5 ਤੇ ਤੀਜੇ ਤੇ 4, ਠੀਕ ਹੈ, ਇੱਕੋ ਹੀ ਬੰਦਾ ਹੀ ਵਾਲਾ, ਠੀਕ ਹੈ, ਪਹਿਲੇ ਤੇ 6 ਦੂਜੇ ਤੇ 5 ਆ B ਹੋ ਗਿਆ। A ਕੀ ਕਹਿੰਦਾ ਤੇ ਤੀਜੇ ਤੇ 4 ਆਵੇ, ਤਾਂ ਆਹੀ ਵਾਲਾ ਬੰਦਾ ਇਕੱਲਾ, ਐਂਡ ਕਾਮਨ ਇਹਨਾਂ ਦਾ। ਤੇ ਹੁਣ ਵੈਲਿਊ ਪੁੱਟ ਕਰ ਲਓ, what is the probability of A and B? ਹੁਣ A and B ਦਾ ਆ ਜਿਹੜਾ ਇੱਕੋ ਹੀ ਐਲੀਮੈਂਟ ਫੇਵਰ ਚ ਕਿੰਨਿਆਂ ਚੋਂ ਬੇਟੇ? 6 into 6 into 6 ਚੋਂ, ਠੀਕ ਹੈ, ਸੈਂਪਲ ਸਪੇਸ 10 ਐਲੀਮੈਂਟ ਹੈ, 1 by this, ਇਹ ਇਹਦੀ ਪ੍ਰੋਬਿਲਿਟੀ ਆ ਗਈ। PB, B ਦੀ, ਹਾਂਜੀ ਇਹਦੀ ਕਿੰਨਿਆਂ? 6 ਕਿੰਨਿਆਂ ਚੋਂ? ਅਗੇਨ 6 into 6 into 6, so that is 1 by 6 ਤੁਹਾਡੀ ਪ੍ਰੋਬੇਬਿਲਿਟੀ ਆ ਗਈ ਇਸ ਇਵੈਂਟ ਦੀ। ਔਰ ਅਗਰ ਤੁਸੀਂ ਵੇਖੋ, ਅਗਰ ਵੈਸੇ ਲਿਟਰਲੀ ਪੜ੍ਹ ਕੇ ਕਰਨਾ ਹੁੰਦਾ, ਕਹਿੰਦਾ ਜੀ B ਹੋ ਚੁੱਕਿਆ ਹੈ, ਮਤਲਬ ਡਾਈਸ ਤੇ ਤਿੰਨਾਂ ਡਾਈਸ ਤੇ ਆ ਹੋ ਚੁੱਕਿਆ 6, ਇਹਨਾਂ 6ਾਂ ਚੋਂ ਗਾਂ ਜੋ ਹੋਏਗਾ। ਹੁਣ ਕਹਿੰਦਾ ਇਹਨਾਂ ਚੋਂ ਕੀ ਪ੍ਰੋਬੇਬਿਲਿਟੀ ਹੈ ਕਿ ਹਾਂਜੀ ਇਹ ਹੋਵੇ, ਚੌਥ 4 ਆਵੇ ਲਾਸਟ ਡਾਈਸ ਤੇ। ਸੋ ਸਿਰਫ ਇੱਕੋ ਹੀ ਕੇਸ ਆ ਵਾਲਾ ਫੇਵਰ ਚ ਹੈ ਕਿ 4 ਲਾਸਟ ਡਾਈਸ ਤੇ ਆਵੇ, ਤਾਂ 1 this favorable out of 6, 1 by 6 is the probability of this event. Is that clear? Okay, next ਪੜ੍ਹਦੇ ਹਾਂ। ਉਹ ਕਹਿੰਦਾ ਕਿ in a school there are 1000 students, 1000 ਬੱਚੇ ਹੈ, ਉਹਨਾਂ ਚੋਂ 430 girls ਹੈ, ਠੀਕ ਹੈ। It is known that out of the 430 ਇਹਨਾਂ 430 girls ਚੋਂ 10% girls study in class 12th। ਤੁਹਾਡੀਆਂ girls ਹੈਗੀਆਂ 430, ਇਹਦਾ 10% ਕਿੰਨਾ ਹੋ ਗਿਆ ਪੁੱਤਰ? 43, ਠੀਕ ਹੈ। 430 ਦਾ 10% is 43, ਸੋ ਇਹਨਾਂ ਚੋਂ 43 girls ਜਿਹੜੀਆਂ 10 plus 2 ਦੀਆਂ girls ਹੈ। ਚਲੋ ਆ ਤੇ ਡਾਟਾ ਦੇ ਦਿੱਤਾ ਉਹਨੇ। 1000 ਟੋਟਲ ਬੱਚੇ, ਉਹਨਾਂ ਚੋਂ 430 girls, ਬਾਕੀ boys ਹੋਏ ਨਾ 430 ਚੋਂ 43 girls ਜਿਹੜੀਆਂ plus 2 ਦੀਆਂ। ਫਿਰ ਉਹ ਕਹਿੰਦਾ ਕੀ ਹੈ? ਉਹ ਕਹਿੰਦਾ what is the probability that a girl chosen randomly what is the probability that a student chosen randomly studies in plus 2 given that the chosen student is a girl। तो चलो कहता है कि chosen student is a girl, ਇਹਦਾ ਮਤਲਬ ਇੱਕ ਸਟੂਡੈਂਟ ਚੱਕ ਲਿਆ ਔਰ ਉਹ ਸਿਲੈਕਟਡ ਸਟੂਡੈਂਟ ਜਿਹੜਾ ਗਰਲ ਆਇਆ, ਤਾਂ ਹੁਣ ਜਿਹੜੇ chosen ਸਟੂਡੈਂਟ ਗਰਲ ਹੈ, ਕਹਿੰਦਾ ਉਹਦੇ ਚ ਕੀ ਪ੍ਰੋਬੇਬਿਲਿਟੀ ਹੈ ਕਿ that girl is studying in plus 2। तो ठीक है, तो गर्ल अगर सिलेक्ट हो गई है, मतलब 430 गर्ल्स ਤੁਹਾਡੇ ਕੋ ਹੈ, ਇਹਨਾਂ 430 ਚੋਂ +2 ਵਾਲੀ ਗਰਲ ਕਿੰਨੀਆਂ ਹੋਣੀਆਂ ਬੇਟੇ? 43, ਠੀਕ ਹੈ। ਅਗਰ ਆਪਾਂ ਸਿੱਧਾ ਸਿੱਧਾ ਕਰ ਰਹੇ ਹਾਂ, ਪਹਿਲਾਂ ਕਹਿੰਦਾ ਜੀ ਗਰਲ ਸਿਲੈਕਟ ਹੋ ਗਈ ਹੈ ਤੇ ਆ ਮਤਲਬ ਆ ਹੋ ਚੁੱਕਿਆ ਹੈ, ਸਿਲੈਕਟਡ ਪਰਸਨ ਇਜ਼ ਅ ਗਰਲ, ਇਹਨਾਂ ਚੋਂ ਕੀ ਪ੍ਰੋਬੇਬਿਲਿਟੀ ਹੁਣ +2 ਵਾਲੀ ਗਰਲ ਆਵੇ? ਤਾਂ +2 ਦੀ ਗਰਲ 43 ਹੈ, ਤਾਂ ਦਿਸ ਇਜ਼ ਫੇਵਰੇਬਲ ਨੰਬਰ ਆਫ ਗਰਲਸ ਆਊਟ ਆਫ 430, ਰਾਈਟ। तो 43 by 430, 1 by 10 ਤੁਹਾਡਾ ਆਨਸਰ ਆਊਗਾ। ਗੱਲ ਸਮਝ ਆ ਗਈ? ਤਾਂ ਹੁਣ ਆਪਾਂ ਇਹਨੂੰ ਪ੍ਰੋਪਰਲੀ ਇਵੈਂਟ ਵਾਲੇ ਤਰੀਕੇ ਨਾਲ ਕਰ ਲੈਂਦੇ ਹਾਂ। ਹਾਂਜੀ, ਉਹ ਕੀ ਕਹਿੰਦਾ ਹੈ ਕਿ given that chosen student is a girl, तो ਇਹ ਇਵੈਂਟ ਮੰਨ ਲਓ that chosen student is a girl, ਠੀਕ ਹੈ। ਹੁਣ B ਕਿਹਦੀ ਪ੍ਰੋਬੇਬਿਲਿਟੀ ਚਾਹੀਦੀ ਹੈ? that student what is the probability of student chosen randomly studies in plus 2? B इवेंट है that student is in plus 2, ठीक है। ਹੁਣ ਪੁੱਛਿਆ ਕੀ ਹੈ ਸਾਨੂੰ ਪੁੱਤਰ? ਸਾਨੂੰ ਪੁੱਛਿਆ ਕਿ ਆ ਹੋ ਚੁੱਕਿਆ, A ਹੋ ਚੁੱਕਿਆ, B ਦੀ ਪ੍ਰੋਬੇਬਿਲਿਟੀ। ਸੋ ਵੀ ਆਰ ਲੁਕਿੰਗ ਫॉर ਦਿਸ P A and B by P। ਨਾਓ what is A and B? A and B ਵੇਖੋ ਕੀ ਹੈ, ਦੋਨਾਂ ਨੂੰ ਐਂਡ ਕਰੋ ਕਿ girl in plus 2 है ना, selected child is a girl and is in plus 2, so that means that is a girl in 10 plus 2, chosen student is girl in plus 2, right? so ਹੁਣ ਆਪਾਂ ਸਿਰਫ ਵੈਲਿਊ ਪੁੱਟ ਕਰਨੀ ਹੈ ਤੇ PA, ਹਾਂਜੀ A ਦੀ ਪ੍ਰੋਬੇਬਿਲਿਟੀ, A ਕੀ ਹੈ ਕਿ ਗਰਲ ਚੂਜ਼ ਹੋਵੇ। ਹੁਣ ਟੋਟਲ ਬੱਚਿਆਂ ਚੋਂ, ਟੋਟਲ ਸੈਂਪਲ ਸਪੇਸ 'ਚ 1000 ਬੱਚੇ, 1000 ਬੱਚੇ ਚੋਂ ਆਪਾਂ ਇੱਕ ਬੱਚਾ ਚੱਕਿਆ, ਉਹ ਗਰਲ ਹੋਵੇ। ਹਾਂਜੀ, ਗਰਲ ਕਿੰਨੀ ਆ? 430, ਤੋਂ A ਦੀ ਪ੍ਰੋਬੇਬਿਲਿਟੀ ਹੈ 430 by 1000, ਠੀਕ ਹੈ, ਕਿ ਇੱਕ ਬੱਚਾ ਸਿਲੈਕਟ ਕੀਤਾ, ਸਾਰੇ 1000 ਬੱਚੇ ਚੋਂ ਗਰਲ ਹੋਵੇ, ਆ ਉਹਦੀ ਪ੍ਰੋਬੇਬਿਲਿਟੀ। ਫਿਰ A and B ਦੀ ਪ੍ਰੋਬੇਬਿਲਿਟੀ, ਮਤਲਬ
ਹੁਣ ਪੂਰੇ 1000 ਬੱਚੇ ਚੋਂ, ਠੀਕ ਹੈ, ਅਗੇਨ ਮੈਂ ਬਾਰ-ਬਾਰ ਯਾਦ ਕਰਦਾ, ਹੁਣ ਇਹਨਾਂ ਚੋਂ ਪੂਰੇ ਸੈਂਪਲ ਸਪੇਸ ਚੋਂ 1000 ਬੱਚਿਆਂ ਚੋਂ ਇੱਕ ਗਰਲ ਚੱਕੀਏ, ਉਹ +2 ਵਾਲੀ ਗਰਲ ਹੋਵੇ। +2 ਵਾਲੀਆਂ ਗਰਲਸ ਕਿੰਨੀਆਂ ਬੇਟੇ? 43, ਠੀਕ ਹੈ। ਦੇयरफॉर दैट इज 43 ਬਾਏ 1000, 1000 ਚੋਂ ਪੂਰੇ ਚੋਂ ਇੱਕ ਬੱਚਾ ਚੱਕਿਆ, ਉਹ ਸਟੂਡੈਂਟ ਹੋਵੇ +2 ਦੀ ਗਰਲ, ਸੋ ਉਹਦੀ ਪ੍ਰੋਬਿਲਿਟੀ ਆ, ਦਿਸ ਗੋਜ਼, ਠੀਕ ਹੈ, 43 ਬਾਏ 430, ਆ ਵੀ ਕੱਟਿਆ ਗਿਆ, दैट इज 1/10। ਠੀਕ, ਗੱਲ ਮੁੜ ਕੇ ਇਵੈਂਚੁਅਲੀ ਉੱਥੇ ਆਉਣੀ ਹੈ, ਬਟ ਸਟਿਲ ਆ ਚੀਜ਼ ਜਿਹੜੀ ਮੈਂ ਬਾਰ-ਬਾਰ ਸਟ੍ਰੈਸ ਦੇ ਰਿਹਾ ਉਹ ਕਲੀਅਰ ਹੋਵੇ, ਇਵੈਂਟ ਲਿਖ ਕੇ, ਰਾਈਟ।